ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ 'ਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਲਾਈਕ ਵਾਲਾ ਬਟਨ ਤੁਸੀਂ ਦੱਬਣ ਲੱਗ ਪਏ ਹੋ, ਉਹਦੇ ਲਈ ਬੜਾ ਧੰਨਵਾਦ। ਤੇ ਅੱਜ ਖਬਰਾਂ ਦੇ ਵਿੱਚ ਇੱਕ ਤਾਂ ਗੱਲ ਕਾਫੀ ਦਿਨਾਂ ਤੋਂ ਸੁੱਖ ਮੰਗਦੇ ਸੀ, ਪਰ ਅਖੀਰ ਉਹੀ ਚੀਜ਼ ਹੋ ਗਈ ਜਿਹਦੇ ਤੋਂ ਡਰ ਲੱਗਦਾ ਸੀ। ਉਹ ਭਾਰਤ ਦੇ ਵਿੱਚ ਕੀ ਵਾਪਰਿਆ, ਆਪਾਂ ਉਹਦਾ ਜ਼ਿਕਰ ਕਰਾਂਗੇ। ਫਿਰ ਗੱਲ ਕਰਾਂਗੇ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੀ, ਜਿਨ੍ਹਾਂ ਨੇ ਹੁਣ ਕੁਝ ਐਸਾ ਬਿਆਨ ਦਿੱਤਾ ਜਿਹਦਾ ਕਰਕੇ ਹੁਣ ਧਾਰਮਿਕ ਹਲਕਿਆਂ ਦੇ ਵਿੱਚ ਬਹੁਤ ਜ਼ਿਆਦਾ ਇਸ ਚੀਜ਼ ਦੇ ਉੱਪਰ ਰੌਲਾ ਰੱਪਾ ਪੈ ਗਿਆ। ਉਹ ਕੀ ਕਹਾਣੀ ਹੈ, ਕੀ ਜ਼ਿਕਰ, ਆਪਾਂ ਉਹ ਵੀ ਜ਼ਿਕਰ ਕਰਨਾ। ਇਸ ਤੋਂ ਇਲਾਵਾ ਅਮਰੀਕਾ ਦਾ ਹੁਣ ਪਾਕਿਸਤਾਨ ਦੇ ਨਾਲ ਇੱਕ ਆਦਮੀ ਦੀ ਮੌਤ ਦਾ ਕਰਕੇ ਪੇਚਾ ਪੈ ਗਿਆ। ਉਹ ਕੀ ਕਹਾਣੀ, ਉਹ ਵੀ ਸਮਝਾਂਗੇ। ਆਪਾਂ ਨੂੰ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ। ਸਭ ਬਹੁਤ ਬਹੁਤ ਸਵਾਗਤ ਜੀ। ਜੀ ਪਰ ਸਭ ਜਿਹੜੀ ਚੀਜ਼ ਤੋਂ ਆਪਾਂ ਡਹਿਲਦੇ ਸੀ ਕਿ 50,000 ਇੱਕ ਦਿਨ ਦੇ ਨਾ ਹੋ ਜਾਣ ਪੇਸ਼ੈਂਟ ਭਾਰਤ 'ਚ, ਉਹੀ ਚੀਜ਼ ਹੁਣ ਹੋ ਗਈ ਆ। 24 ਘੰਟਿਆਂ 'ਚ 50,000 ਤੋਂ ਵੱਧ ਕੇਸ ਭਾਰਤ 'ਚ ਆ ਗਏ। ਕਿਵੇਂ ਦੇਖਦੇ ਨੇ ਸਾਰੇ ਕੁਛ ਨੂੰ? ਇਹ ਅੱਜ ਦੀ ਸਰਕਾਰੀ ਰਿਪੋਰਟ ਹੈ ਜੀ ਕਿ ਪਿਛਲੇ 24 ਘੰਟਿਆਂ ਦੇ ਵਿੱਚ 50,123 ਕਰੋਨਾ ਵਾਇਰਸ ਦੇ ਨਵੇਂ ਪੋਜ਼ੀਟਿਵ ਕੇਸ ਨਿਕਲੇ ਨੇ ਜੀ। ਤੇ 775 ਯਾਨੀ ਪੌਣੇ 800 ਪੌਣੇ 800 ਮੌਤਾਂ ਹੋਈਆਂ ਨੇ। ਇਹ ਬਹੁਤ ਵੱਡੀ ਗਿਣਤੀ ਹੈ। ਕੇਸ ਵੱਧਦੇ ਜਾ ਰਹੇ ਜੀ। ਸਾਡੇ ਪ੍ਰਧਾਨ ਮੰਤਰੀ ਨੂੰ ਉਨੀ ਕੁ ਚਿੰਤਾ ਜਾਪਦੀ ਹੈ ਜਿੰਨੀ ਕਿ ਡੋਨਲਡ ਟਰੰਪ ਨੂੰ ਆਪਣੇ ਦੇਸ਼ ਵਿੱਚ ਜਾਪਦੀ ਹੈ। ਹਾਂਜੀ। ਜਿਹੜਾ ਡੋਨਲਡ ਟਰੰਪ ਦਾ ਦੇਸ਼ ਹੈ ਉਹ ਇਸ ਵੇਲੇ ਦੁਨੀਆ ਦੇ ਵਿੱਚ ਕੇਸਾਂ ਦੇ ਪੱਖੋਂ ਵੀ ਬਹੁਤ ਅੱਗੇ ਲੰਘ ਗਿਆ। ਮੌਤਾਂ ਵੀ 1.5 ਲੱਖ ਨੂੰ ਟੱਪ ਚੁੱਕੀਆਂ ਨੇ ਜੀ। ਸਾਰੀ ਦੁਨੀਆ ਦੇ ਵਿੱਚ ਕੇਸ ਜਿਹੜੇ ਆ 1 ਕਰੋੜ 72 ਲੱਖ ਤੋਂ ਟੱਪ ਗਏ। ਮੌਤਾਂ 6 ਲੱਖ ਤੋਂ ਟੱਪ ਗਈਆਂ ਨੇ। ਭਾਰਤ ਇਸ ਵੇਲੇ ਕੇਸਾਂ ਦੇ ਪੱਖੋਂ ਤੇ ਪਹਿਲਾਂ ਤੀਜੇ ਨੰਬਰ ਤੇ ਸੀ ਜੀ। ਮੌਤਾਂ ਦੇ ਪੱਖੋਂ ਪਹਿਲੇ ਨੰਬਰ ਦੇ ਉੱਤੇ ਅਮਰੀਕਾ, ਦੂਜੇ ਤੇ ਬ੍ਰਾਜ਼ੀਲ, ਤੀਜੇ ਤੇ ਅਜੇ ਤੱਕ ਇੰਗਲੈਂਡ ਆ, UK ਯੂਨਾਈਟਿਡ ਕਿੰਗਡਮ ਜੀ। ਚੌਥੇ ਨੰਬਰ ਦੇ ਉੱਤੇ ਚੜ੍ਹਿਆ ਆਉਂਦਾ ਮੈਕਸੀਕੋ, ਤੇ ਉਹਨੇ ਭਲਕ ਤੱਕ UK ਤੋਂ ਅੱਗੇ ਲੰਘ ਕੇ ਤੀਜੇ ਨੰਬਰ ਤੇ ਆ ਜਾਣਾ। ਪਰ ਇਹ ਤੀਜੇ ਚੌਥੇ ਦੀ ਲੜਾਈ ਉਹਨਾਂ ਦੀ ਹੈ। ਮੌਤਾਂ ਦੇ ਮਾਮਲੇ 'ਚ 5ਵੇਂ ਨੰਬਰ ਤੇ ਇਟਲੀ ਆ ਜੀ, ਤੇ 6ਵੇਂ ਤੇ ਭਾਰਤ ਹੈ। ਪਰ 6ਵੇਂ ਤੇ ਭਾਰਤ ਇੰਨੇ ਥੋੜ੍ਹੇ ਫਰਕ ਨਾਲ ਆ, ਸਿਰਫ 96 ਮੌਤਾਂ ਦਾ ਫਰਕ ਹੈ ਜੀ। ਇਟਲੀ ਵਿੱਚ ਤੇ ਪਿਛਲੇ ਮਹੀਨੇ ਤੋਂ ਮੌਤਾਂ ਹੋਣੀਆਂ ਬੰਦ ਹੋਈਆਂ, ਹੁਣ ਕੋਈ ਇੱਕਾ ਦੁੱਕਾ ਹੁੰਦੀ ਹੈ ਜੀ। ਤੇ ਸਾਡੇ ਇੱਕ ਦਿਨ 'ਚ 700 ਹੋ ਰਹੀਆਂ ਨੇ, 800 ਹੋ ਰਹੀਆਂ ਨੇ। ਤੇ ਜੇ ਭਲਕ ਨੂੰ 200 ਵੀ ਹੋ ਗਈਆਂ, ਹੁਣ ਜੇ ਅਸੀਂ ਸੁੱਖ ਮੰਗਾਂਗੇ ਇੱਕ ਵੀ ਨਾ ਹੋਵੇ, ਪਰ ਸਾਡੇ ਸੁੱਖ ਮੰਗਣ ਨਾਲ ਕੀ ਹੈ? ਜਦੋਂ ਰੋਜ਼ 600 700 800 ਹੋ ਰਹੀਆਂ ਨੇ ਜੀ। ਜਦੋਂ ਭਲਕੇ ਵੀ ਇਹ ਹੋਣੀਆਂ ਨੇ ਤੇ ਅਸੀਂ ਅੱਜ ਰਾਤ ਤੱਕ ਇਟਲੀ ਤੋਂ ਟੱਪ ਕੇ ਭਾਰਤ ਨੇ 5ਵੇਂ ਥਾਂ ਤੱਕ ਆ ਜਾਣਾ, ਤੇ ਅਗਲੇ ਹਫ਼ਤੇ ਤੱਕ ਅਸੀਂ ਇੰਗਲੈਂਡ ਤੋਂ ਅੱਗੇ ਲੰਘ ਕੇ ਚੌਥੇ ਤੱਕ ਵੀ ਜਾਣ ਵਾਲੇ ਜੀ। ਮੌਤਾਂ ਬੜੀ ਤੇਜ਼ੀ ਨਾਲ ਵੱਧ ਰਹੀਆਂ ਨੇ। ਮਹਾਰਾਸ਼ਟਰ 'ਚ 14,000 ਤੋਂ ਵੱਧ ਮੌਤਾਂ ਹੋ ਗਈਆਂ ਨੇ। ਦਿੱਲੀ ਦੇ ਵਿੱਚ ਮੌਤਾਂ ਨੂੰ ਠੱਲ ਪਈ ਹੈ, ਪਰ ਫਿਰ ਵੀ ਇੱਕਾ ਦੁੱਕਾ ਕਰਦਿਆਂ 3900 ਨੂੰ ਪਹੁੰਚ ਗਏ ਨੇ। ਤੇ ਜਿਹੜਾ ਤਾਮਿਲਨਾਡੂ ਬਹੁਤ ਪਿੱਛੋਂ ਸ਼ੁਰੂ ਹੋਇਆ ਸੀ, ਉਹਦੇ ਵਿੱਚ ਮੌਤਾਂ ਇੰਨੀ ਤੇਜ਼ੀ ਨਾਲ ਵਧੀਆਂ ਕਿ ਦਿੱਲੀ ਦੇ ਬਿਲਕੁਲ ਨੇੜੇ 3700 ਤੋਂ ਉੱਪਰ ਚਲਾ ਗਿਆ ਜੀ। ਗੁਜਰਾਤ ਦੇ ਵਿੱਚ ਪਹਿਲਾਂ ਮੌਤਾਂ ਵਧੀਆਂ ਸਨ, ਫਿਰ ਇਹ ਤਾਂ 2000 ਟੱਪ ਕੇ ਤੇ ਹੌਲੀ ਹੌਲੀ ਰੁਕ ਗਏ, ਉੱਥੇ ਮੌਤਾਂ ਬਚਾਅ ਹੋ ਗਿਆ। ਉਦੋਂ ਬਾਅਦ ਜਿਹੜੇ ਆਂਧਰਾ ਪ੍ਰਦੇਸ਼ ਦਾ ਕਿਸੇ ਨੇ ਨਾਂ ਹੀ ਨਹੀਂ ਸੁਣਿਆ ਵੀ ਉੱਥੇ ਵੀ ਬਿਮਾਰੀ ਹੈ ਜੀ। ਉਹ 'ਚ ਇੰਨੀ ਫੈਲੀ ਹੈ ਕਿ ਹੁਣ 1400 ਨੂੰ ਪਹੁੰਚ ਗਿਆ, ਤੇ ਲੱਗਦਾ ਹੈ ਕਿ ਜਿੰਨੀ ਤੇਜ਼ੀ ਨਾਲ ਉੱਥੇ ਵੱਧ ਰਹੀ ਹੈ, ਅਗਲੇ ਹਫ਼ਤੇ ਤੱਕ ਉਹ ਗੁਜਰਾਤ ਨੂੰ ਵੀ ਕੱਟ ਜਾਏਗਾ। ਇਹ ਜਿਸ ਤਰ੍ਹਾਂ ਦੀਆਂ ਸਥਿਤੀਆਂ ਬਣ ਰਹੀਆਂ ਨੇ ਜੀ, ਉਹਨਾਂ 'ਚ ਸਾਡੇ ਪ੍ਰਧਾਨ ਮੰਤਰੀ ਨੂੰ ਬਾਕੀ ਸਾਰੇ ਕੰਮ ਛੱਡ ਕੇ ਇਸ ਪਾਸੇ ਸਿਰ ਜੋੜ ਕੇ ਬੈਠਣਾ ਚਾਹੀਦਾ। ਪਤਾ ਨਹੀਂ ਕਿਉਂ ਪ੍ਰਧਾਨ ਮੰਤਰੀ ਸਾਹਿਬ ਇਹਨਾਂ ਮਾਮਲਿਆਂ 'ਚ ਜਿੰਨੀ ਸੀਰੀਅਸਨੈਸ ਵਿਖਾਉਣੀ ਚਾਹੀਦੀ ਉਹ ਵਿਖਾਉਂਦੇ ਨਹੀਂ। ਉਹਨਾਂ ਦੀ ਸਭ ਤੋਂ ਵੱਡੀ ਮੁਸ਼ਕਲ ਤਾਂ ਇਹ ਹੈ ਕਿ ਕਿਤੇ ਵੀ ਬੋਲਣਾ ਹੋਵੇ, ਉਹਨਾਂ ਧਿਆਨ ਮੁੱਦਿਆਂ 'ਤੇ ਨਹੀਂ ਹੁੰਦਾ ਜਿੰਨਾ ਸ਼ਬਦਾਵਲੀ 'ਤੇ ਹੁੰਦਾ। ਮੈਂ 3 ਗੱਲਾਂ ਕਹਿਣੀਆਂ ਚਾਹੁੰਦਾ ਜੀ, ਅੱਗੇ 3 ਗੱਲਾਂ ਜੋੜ ਦੇਣਗੇ, ਫਿਰ ਆਖਣਗੇ ਇਹਦੇ ਜਵਾਬ ਵਿੱਚ ਆਹ 3 ਗੱਲਾਂ ਹੋ ਸਕਦੀਆਂ, ਤੇ ਫਿਰ 3 ਜੋੜ ਦੇਣਗੇ। ਜਿਹੜਾ ਆਹ ਸ਼ਬਦਾਵਲੀ 'ਤੇ ਜ਼ੋਰ ਆ, ਉਹ ਸ਼ਬਦਾਵਲੀ ਦੇ ਜ਼ੋਰ ਦੇ ਬਜਾਏ ਕੁਛ ਨਾ ਕੁਛ ਉਹਨਾਂ ਨੂੰ ਅਮਲੀ ਕੰਮਾਂ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ। ਅਮਲੀ ਕੰਮਾਂ ਦੇ ਵਿੱਚ ਸਥਿਤੀ ਬਹੁਤੀ ਚੰਗੀ ਨਹੀਂ। ਦੁਨੀਆ ਦੇ ਵਿੱਚ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਜਿਹੜੇ ਦੇਸ਼ਾਂ ਬਾਰੇ, ਉਹਨਾਂ 'ਚ ਅਮਰੀਕਾ ਵੀ ਹੈ, ਬ੍ਰਾਜ਼ੀਲ ਵੀ ਹੈ, ਪਰ ਜਿਹੜੇ ਉਸ ਤੋਂ ਬਾਅਦ ਦੇ 2-3 ਦੇਸ਼ਾਂ ਬਾਰੇ ਜ਼ਿਆਦਾ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਜੀ, ਉਹਨਾਂ 'ਚ ਇੱਕ ਮੈਕਸੀਕੋ, ਇੱਕ ਭਾਰਤ ਹੈ। ਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਵੀ ਇਹਦੇ ਬਾਰੇ ਕੁਝ ਜ਼ਿਆਦਾ ਸੀਰੀਅਸ ਲੈਣਾ ਚਾਹੀਦਾ, ਅਜੇ ਤੱਕ ਸੀਰੀਅਸਲੀ ਨਹੀਂ ਲੈ ਰਿਹਾ।
ਅੱਛਾ ਪੰਸੋ, ਇੱਕ ਗੱਲ ਸਮਝਾਓ ਕਿ ਜਦੋਂ ਆਪਾਂ ਪਹਿਲਾਂ ਦੇ ਹਿਸਾਬ ਨਾਲ ਦੇਖਦੇ ਹਾਂ ਇਟਲੀ ਨੂੰ, ਫਰਾਂਸ ਨੂੰ, ਸਪੇਨ ਨੂੰ, ਜਾਂ ਈਵਨ ਯੂਕੇ ਵੀ, ਜਿਸ ਹਿਸਾਬ ਨਾਲ ਉੱਥੇ ਮੌਤਾਂ ਵਧੀਆਂ ਸੀ, ਫਿਰ ਅਚਾਨਕ ਉਹਨਾਂ ਦਾ ਇੱਕਦਮ ਖੜ ਜਾਣਾ, ਰੁਕ ਜਾਣਾ, ਉਹ ਵੀ ਬਿਨਾਂ ਕਿਸੇ ਵੈਕਸੀਨ ਦੇ, ਬਿਨਾਂ ਕਿਸੇ ਦਵਾਈ ਦੇ, ਇਹਨੂੰ ਫਿਰ ਤੁਸੀਂ ਕਿਵੇਂ ਦੇਖਦੇ ਹੋ? ਕਿ ਇਹਦਾ ਮਤਲਬ ਇਹ ਹੋ ਗਿਆ ਕਿ ਲਗਭਗ ਸਾਰੇ ਦੇਸ਼ ਦੇ ਵਿੱਚ ਦੀ ਫਟਾਫਟ ਬਿਮਾਰੀ ਨਿਕਲ ਜਾਂਦੀ ਹੈ, ਜਿਹੜਾ ਚੜ੍ਹਾਈ ਕਰਨ ਵਾਲਾ ਉਹ ਕਰ ਜਾਂਦਾ, ਜਿਹਨੇ ਰਜਿਸਟ ਕਰਨਾ ਉਹ ਕਰ ਜਾਂਦਾ, ਤਾਂ ਕਰਕੇ ਇਹਦੀ ਠੱਲ ਪੈਂਦੀ, ਜਾਂ ਹੋਰ ਕੀ ਕਾਰਨ ਹੋ ਸਕਦਾ? ਨਹੀਂ, ਕੁਝ ਸਥਿਤੀਆਂ ਨੇ ਜਿਨ੍ਹਾਂ 'ਚ ਸਰਕਾਰਾਂ ਸ਼ੁਰੂ ਵਿੱਚ ਲਾਪਰਵਾਹੀ ਕਰ ਗਈਆਂ, ਜੀ। ਬਾਅਦ ਵਿੱਚ ਉਹਨਾਂ ਨੇ ਸਾਰੀ ਚੇਨ ਇਸ ਤਰ੍ਹਾਂ ਕੱਸੀ ਕਿ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਬੰਦ, ਸ਼ਾਪਿੰਗ ਮਾਲ ਵੀ ਬੰਦ, ਸਖਤੀ ਇੰਨੀ ਕਰ ਦਿੱਤੀ, ਔਰ ਨਾਲ ਲੋਕਾਂ ਦਾ ਇਮਿਊਨ ਸਿਸਟਮ ਵਧਾਉਣ ਵਾਸਤੇ ਇੰਨੇ ਪ੍ਰਬੰਧ ਕਰ ਦਿੱਤੇ ਕਿ ਮੌਤਾਂ ਘਟਣ ਲੱਗ ਪਈਆਂ ਜੀ। ਕੇਸ ਵੀ ਘਟਣ ਲੱਗ ਪਏ। ਦੋਵੇਂ ਗੱਲਾਂ ਕਰਤੀਆਂ। ਹੁਣ ਬਰਤਾਨੀਆ ਦਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਪਹਿਲਾ ਬੰਦਾ ਜਿਹਨੇ ਖੁੱਲ੍ਹ ਕੇ ਮੰਨਿਆ, ਕਹਿੰਦਾ ਪਹਿਲੇ 2-3 ਮਹੀਨੇ ਦੇ ਸਾਨੂੰ ਸਮਝ ਨਹੀਂ ਲੱਗੀ ਵੀ ਇਹ ਹੋਈ ਕੀ ਜਾਂਦਾ। ਜੀ। ਤੁਸੀਂ ਕਹਿੰਦੇ ਆ ਕਿ ਅਸੀਂ ਲਾਕਡਾਊਨ ਵੇਲੇ ਕੀਤਾ, ਹੁਣ ਮੈਨੂੰ ਵੀ ਲੱਗਦਾ ਕਿ ਵੇਲੇ ਕੀਤਾ, ਤੇ ਉਦੋਂ ਮੈਨੂੰ ਨਹੀਂ ਲੱਗਦਾ, ਮੈਨੂੰ ਲੱਗਦਾ ਨਹੀਂ ਠੀਕ ਕਰ ਰਹੇ ਜੀ। ਪਰ ਹੁਣ ਮੈਨੂੰ ਲੱਗਦਾ ਕਿ ਜੇ ਅਸੀਂ ਥੋੜ੍ਹਾ ਪਹਿਲਾਂ ਕਰ ਦਿੰਦੇ ਤਾਂ ਬਚਾਅ ਹੋ ਸਕਦਾ ਸੀ। ਇਹਦਾ ਮਤਲਬ ਉਹ ਬੌਂਦਲ ਗਏ ਸੀ, ਉਹ ਹੋ ਗਿਆ। ਜੀ। ਬਾਅਦ 'ਚ ਉਹਨਾਂ ਨੇ ਸੰਭਾਲ ਲਿਆ। ਇਟਲੀ ਵਿੱਚ ਵੀ, ਸਪੇਨ ਵਿੱਚ ਵੀ, ਫਰਾਂਸ ਵਿੱਚ ਵੀ, ਬਿਲਕੁਲ ਸਹੀ, ਜਰਮਨੀ ਵਿੱਚ ਵੀ ਸ਼ੁਰੂ 'ਚ। ਉਹਦੇ ਤੋਂ ਬਾਅਦ ਹੁਣ ਉਹ ਸਾਰੇ ਸੰਭਾਲ ਗਏ ਨੇ, ਬਰਤਾਨੀਆ ਵਾਲੇ ਵੀ ਸੰਭਾਲ ਗਏ ਨੇ। ਅਸੀਂ ਇੰਨੀਆਂ ਮੌਤਾਂ ਹੋਣ ਤੋਂ ਬਾਅਦ ਅਜੇ ਵੀ ਸੰਭਾਲ ਨਹੀਂ ਸਕੇ। ਸਾਡਾ ਮਹਾਰਾਸ਼ਟਰ ਅਜੇ ਤੱਕ ਕੰਟਰੋਲ ਨਹੀਂ ਹੋ ਰਿਹਾ। ਪਰ ਸਾਹਿਬ ਇੱਥੇ ਇੱਕ ਚੀਜ਼ ਹੋਰ ਮੈਨੂੰ ਸਮਝਾਇਓ ਕਿ ਇੱਦਾਂ ਤਾਂ ਨਹੀਂ ਲੱਗਦਾ ਕਿ ਟਰੰਪ ਸਾਹਿਬ ਦੀ ਯਾਰੀ ਅੱਜ ਕੱਲ੍ਹ ਮੋਦੀ ਸਾਹਿਬ ਨਾਲ ਵਾਹ-ਵਾਹ, ਅਤੇ ਹੁਣ ਉਹ ਮੋਦੀ ਸਾਹਿਬ ਨੂੰ ਵੀ ਗਾਂ ਇਲੈਕਸ਼ਨਾਂ ਉਡੀਕਦੀਆਂ ਨੇ, ਕਿਉਂਕਿ ਅਲੱਗ-ਅਲੱਗ ਸਟੇਟਾਂ 'ਚ ਹੋਣ ਵਾਲੀਆਂ, ਇਸ ਕਰਕੇ 5 ਤਰੀਕ ਨੂੰ ਜਿਹੜਾ ਅਯੋਧਿਆ ਦੇ ਵਿੱਚ ਕਹਿੰਦੇ ਕਿ ਰਾਮ ਮੰਦਰ ਦਾ ਨੀਂਹ ਪੱਥਰ ਰੱਖਣਾ ਸੀ, ਉਦੋਂ ਪਹਿਲਾਂ ਹੀ ਉੱਥੇ ਸ਼ਾਇਦ ਉਹ ਜਿਹੜਾ ਪੁਜਾਰੀ ਆ ਉਹ ਵੀ ਕਰੋਨਾ ਪੋਜ਼ੀਟਿਵ ਆ ਗਿਆ, ਨਾਲ ਕੁਝ ਪੁਲਿਸ ਵਾਲੇ ਵੀ ਆ ਗਏ। ਹੁਣ ਇਹ ਵੀ ਇਲੈਕਸ਼ਨਾਂ ਦਾ ਕਰਕੇ ਇਸ ਪਾਸੇ ਤੁਰ ਪਏ ਅਤੇ ਕੰਮ ਵਧੀ ਜਾਂਦਾ, ਅਤੇ ਟਰੰਪ ਸਾਹਿਬ ਨੂੰ ਇਲੈਕਸ਼ਨ ਦਿਸਦੀ ਹੈ ਅਤੇ ਅਮਰੀਕਾ 'ਚ ਵੀ ਕੰਮ ਵਧੀ ਜਾਂਦਾ। ਦੇਖੋ, ਮੋਦੀ ਸਾਹਿਬ ਦੀ ਨੀਤੀ ਦੇ ਉੱਤੇ ਰਾਜਨੀਤੀ ਭਾਰੂ ਰਹਿੰਦੀ ਹਮੇਸ਼ਾ ਹੀ। ਜੀ। ਜਦੋਂ ਕਰੋਨਾ ਵਾਇਰਸ ਦਾ ਸੰਕਟ ਆਇਆ ਪਿਆ ਸੀ, ਉਦੋਂ ਇਹਨਾਂ ਨੇ ਦੇਸ਼ ਨੂੰ ਸੰਭਾਲਣ ਦੇ ਬਜਾਏ ਡੋਨਲਡ ਟਰੰਪ ਨੂੰ ਸੱਦ ਲਿਆ ਅਤੇ ਗੁਜਰਾਤ ਵਿੱਚ ਰੈਲੀ ਕਰਾਉਣ ਲੱਗ ਪਏ। ਜੀ। 4 ਦਿਨ ਉਹਦੇ ਨਾਲ ਘੁੰਮਦੇ ਰਹੇ। ਫਿਰ ਇਹ ਪਤਾ ਸੀ ਕਿ ਇਸ ਵੇਲੇ ਲਾਕਡਾਊਨ ਸਾਰੀ ਦੁਨੀਆ ਕਰਦੀ ਪਈ ਅਤੇ ਅਸੀਂ ਵੀ ਕਰ ਦਈਏ। ਲਾਕਡਾਊਨ ਨੇ ਕੀਤਾ, ਪਾਰਲੀਮੈਂਟ ਚੱਲਦੀ ਰੱਖੀ, ਕਿਉਂਕਿ ਮੱਧ ਪ੍ਰਦੇਸ਼ ਦੀ ਸਰਕਾਰ ਪਲਟਾਉਣੀ ਸੀ। ਜੀ। ਜਿਸ ਦਿਨ ਉਹ ਸਰਕਾਰ ਪਲਟ ਗਈ, ਉਸੇ ਦਿਨ ਹੀ ਪਾਰਲੀਮੈਂਟ ਵੀ ਉਠਾਤੀ, ਅਸੈਂਬਲੀ ਉਠਾਤੀ, ਤੇ ਸਾਰਾ ਲਾਕਡਾਊਨ ਵੀ ਲਾਗੂ ਕਰਤਾ। ਉਹਨਾਂ ਚਿਰ ਨਾ ਕੀਤਾ। ਤੇ ਫਿਰ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੂੰ ਸਹੁੰ ਵੀ ਅੱਧੀ ਰਾਤ ਚੁਕਾਈ ਗਈ। ਜੀ। ਇਸ ਤਰ੍ਹਾਂ ਪਹਿਲਾਂ ਵੀ ਹੋ ਸਕਦਾ ਸੀ। ਇਹ ਲਾਪਰਵਾਹੀ ਹੋਈਆਂ ਨੇ। ਹੁਣ ਵੀ ਕਰੋਨਾ ਵਾਇਰਸ ਚੱਲਦੇ 'ਚ ਲੜਾਈ ਵੱਲ ਧਿਆਨ ਘੱਟ ਹੈ, ਰਾਜਸਥਾਨ ਦੀ ਸਰਕਾਰ ਪਲਟਾਉਣ ਵੱਲ ਧਿਆਨ ਵੱਧ ਹੈ। ਜੀ। ਇਹਦਾ ਨੁਕਸਾਨ ਤਾਂ ਹੁੰਦਾ ਹੀ ਹੈ, ਪਰ ਇਹਦਾ ਡੋਨਲਡ ਟਰੰਪ ਦੀ ਯਾਰੀ ਨਾਲ ਕੋਈ ਸੰਬੰਧ ਨਹੀਂ। ਇਹ ਹੋ ਸਕਦਾ ਕਿ ਡੋਨਲਡ ਟਰੰਪ ਨੇ ਸਾਡੇ ਤੋਂ ਸਿੱਖਿਆ ਹੋਵੇ। ਉਹਦਾ ਇੱਕ ਆਪਣਾ ਢੰਗ ਆ ਉਹ ਬਾਬਾ, ਤੇ ਜਿਸ ਤਰ੍ਹਾਂ ਦੀ ਖਤਰਨਾਕ ਨੀਤੀ ਲੈ ਕੇ ਚੱਲਦਾ ਪਿਆ। ਜੀ। ਜੇ ਅਮਰੀਕਾ ਦੇ ਲੋਕਾਂ ਨੇ ਉਹਨੂੰ ਲਗਾਤਾਰ ਦੂਸਰੀ ਵਾਰ ਚੁਣ ਲਿਆ, ਜੀ, ਪਹਿਲੀ ਵਾਰ ਤਾਂ ਜੇ ਮਾੜਾ ਮੋਟਾ ਉਹਨੂੰ ਚੇਤਾ ਸੀ ਨਾ ਕਿ ਲੋਕਾਂ ਕੋਲ ਜਾਣਾ ਪੈਣਾ, ਤੇ ਸੰਭਲ ਕੇ ਚੱਲਦਾ ਸੀ। ਜੇ ਦੂਸਰੀ ਵਾਰੀ ਆ ਗਿਆ ਤੇ ਉਹਨੂੰ ਪਤਾ ਤੀਸਰੀ ਚੋਣ ਤੇ ਮੈਂ ਲੜ ਹੀ ਨਹੀਂ ਸਕਦਾ। ਜੀ। ਜੇ ਲੜ ਨਹੀਂ ਸਕਦਾ ਤੇ ਉਹ ਹੋ ਸਕਦਾ ਕਿ ਦੂਸਰੀ ਵਾਰੀ 'ਚ ਇਸ ਤਰ੍ਹਾਂ ਦੀਆਂ ਨੀਤੀਆਂ ਅਪਣਾਵੇਗਾ ਕਿ ਅਮਰੀਕਾ ਦੇ ਲੋਕਾਂ ਨੂੰ ਸਬਕ ਸਿਖਾ ਦੇਵੇਗਾ। ਉਹ ਕਿਸੇ ਦੇ ਪੁੱਛੇ ਬਗੈਰ ਆਪਣੀਆਂ ਮਰਜ਼ੀਆਂ ਕਰਨ ਵਾਲਾ ਬੰਦਾ, ਜੀ, ਪਤਾ ਹੀ ਨਹੀਂ ਕਿੱਧਰ ਨੂੰ ਆਪਣੇ ਦੇਸ਼ ਨੂੰ ਲੈ ਜਾਏਗਾ। ਇਹ ਹਾਲਾਤ ਵਿਗਾੜ ਸਕਦਾ। ਜੀ। ਅਸੀਂ ਉਹਦੀ ਗੱਲ ਛੱਡੀਏ, ਅਸੀਂ ਆਈਏ ਭਾਰਤ ਤੇ। ਜੀ। ਭਾਰਤ ਦਾ ਪ੍ਰਧਾਨ ਮੰਤਰੀ, ਇਹਦੀ ਸਰਕਾਰ, ਇਹਦੀਆਂ ਨੀਤੀਆਂ ਕੀ ਨੇ, ਉਹ ਇੱਕ ਵੱਖਰਾ ਵਿਸ਼ਾ। ਕਰੋਨਾ ਵਾਇਰਸ ਵੱਧਦਾ ਜਾ ਰਿਹਾ। ਉੱਧਰੋਂ 5 ਅਗਸਤ ਨੂੰ ਇਹਨਾਂ ਨੇ ਮਹੂਰਤ ਕੱਢ ਲਿਆ ਕਿ ਉਹਦਾ ਰਾਮ ਮੰਦਰ ਦਾ ਨੀਂਹ ਪੱਥਰ ਰੱਖਣਾ। ਜੀ। ਠੀਕ ਹੈ, ਉਹਨਾਂ ਦਾ ਧਾਰਮਿਕ ਕੰਮ ਹੈ, ਰੱਖਣ, ਸਾਨੂੰ ਉਹਦੇ ਨਾਲ ਕੀ। ਸਾਰੇ ਧਰਮਾਂ ਵਾਲੇ ਰੱਖਦੇ, ਉਹ ਵੀ ਰੱਖਣਗੇ, ਰੱਖ ਲੈਣ ਦਿਓ। ਮਹੂਰਤ ਉਹਨਾਂ ਦਾ ਕਿੱਦਾਂ ਕੱਢਿਆ ਸਾਨੂੰ ਨਹੀਂ ਪਤਾ, ਕਿੱਦਾਂ ਕੱਢਦੇ ਨੇ। ਪ੍ਰਧਾਨ ਮੰਤਰੀ ਨੇ ਉੱਥੇ ਜਾਣਾ, ਠੀਕ ਹੈ, ਉਹਦੇ ਧਰਮ ਦਾ ਸਵਾਲ ਹੈ, ਚੱਲ ਜਾਵੇ। ਜੀ। ਉਹ ਦੂਸਰੇ ਧਰਮਾਂ 'ਤੇ ਜਾਣਾ ਜਾਵੇ, ਨਹੀਂ ਜਾਣਾ ਆਪਣੇ ਧਰਮ ਦੇ ਜਾਂਦਾ। ਕਾਨੂੰਨੀ ਤੌਰ 'ਤੇ ਉਹਨੂੰ ਕੋਈ ਰੋਕ ਨਹੀਂ ਸਕਦਾ, ਸੰਵਿਧਾਨਕ ਤੌਰ 'ਤੇ ਕੋਈ ਬੰਦਿਸ਼ ਨਹੀਂ। ਜੀ। ਪਰ ਹੁਣ ਉੱਥੇ ਨਵੀਂ ਸਮੱਸਿਆ ਇਹ ਆ ਗਈ ਹੈ ਕਿ ਜਿਹੜੇ ਚੋਣਵੇਂ ਥੋੜ੍ਹੇ ਜਿਹੇ 5-7 ਪੁਜਾਰੀ ਨੇ ਉੱਪਰਲੇ, ਉਹਨਾਂ 'ਚੋਂ ਇੱਕ ਪੁਜਾਰੀ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਹੋ ਗਿਆ। ਜੀ। ਜੇ ਅੱਜ ਪੋਜ਼ੀਟਿਵ ਹੋ ਜਾਂਦਾ ਤੇ ਇਹਦਾ ਮਤਲਬ ਇਹ ਆ ਕਿ ਉਹ ਫਿਰ ਜਿਹੜਾ ਨੀਂਹ ਪੱਥਰ ਦਾ ਸਮਾਗਮ ਉਹਦੇ ਵਿੱਚ ਤਾਂ ਨਹੀਂ ਆ ਸਕੇਗਾ। ਜੀ। ਕਿਉਂਕਿ ਦਿਨ ਤਾਂ ਰਹਿ ਗਏ 6 ਦਿਨਾਂ ਦੇ ਵਿੱਚ ਕਰੋਨਾ ਵਾਇਰਸ ਵਾਲਾ ਕਦੇ ਕੋਈ ਠੀਕ ਹੋਇਆ ਹੀ ਨਹੀਂ। ਜੀ। 15-20 ਦਿਨ ਤਾਂ ਲੱਗ ਹੀ ਜਾਣੇ। ਉਹ ਹੋਇਆ। ਜਿਹੜੇ ਬੰਦੇ ਉੱਥੇ ਸਿਕਿਉਰਿਟੀ ਤੇ ਲੱਗੇ ਸਨ, ਪੁਲਿਸ ਵਾਲੇ, ਉਹਨਾਂ ਪੁਲਿਸ ਵਾਲਿਆਂ ਦੇ ਵਿੱਚੋਂ 14 ਜਾਂ 15 ਜਿਹੜੇ ਆ ਉਹ ਕਰੋਨਾ ਵਾਇਰਸ ਪੋਜ਼ੀਟਿਵ ਨਿਕਲ ਆਏ। ਜੀ। ਜਦੋਂ ਉਹਨਾਂ ਨੂੰ ਹਸਪਤਾਲ ਲੈ ਕੇ ਜਾਣਗੇ, ਤੇ ਜਿਹੜੇ ਮੁਲਾਜ਼ਮ ਉਹਨਾਂ ਦੇ ਨਾਲ ਡਿਊਟੀ ਕਰਦੇ ਰਹੇ, ਰਾਤ ਦਿਨ ਇਕੱਠੇ ਫਿਰਦੇ ਰਹੇ, ਉਹਨਾਂ ਵਿੱਚੋਂ ਵੀ ਕਿਸੇ ਹੋਰ ਨੂੰ ਹੋਇਆ ਹੋ ਸਕਦਾ। ਜੀ। ਇਹਦਾ ਮਤਲਬ ਤਸੱਲੀ ਮੱਚ ਜਾਏਗੀ। ਜਿਹੜੇ ਮੁੱਖ ਪੁਜਾਰੀਆਂ 'ਚੋਂ ਇੱਕ ਪੁਜਾਰੀ,
ਉਹਨੂੰ ਕਰੋਨਾ ਵਾਇਰਸ ਹੋ ਗਿਆ ਔਰ ਬਕਾਇਦਾ ਪੋਜ਼ਿਟਿਵ ਦੀ ਰਿਪੋਰਟ ਆ ਚੁੱਕੀ ਹੈ ਜੀ। ਉਹ ਪਿਛਲੇ ਦਿਨਾਂ 'ਚ ਕਿਹਦੇ ਨਾਲ ਬੈਠਦਾ ਰਿਹਾ, ਕੀ ਸਲਾਹਾਂ ਕਰਦੇ ਰਹੇ, ਕੀ ਕੁਝ ਕਰਦੇ ਰਿਹਾ। ਹੁਣ ਬਾਕੀਆਂ ਨੂੰ ਵੀ ਜੇ ਕਿਸੇ ਹੋਰ ਥਾਂ ਤੇ ਹੁੰਦਾ ਤੇ ਕਹਿਣਾ ਸੀ ਜਿੰਨੇ ਲੋਕ ਇਹਨੂੰ ਮਿਲੇ ਸਾਰੇ ਕੁਆਰੰਟਾਈਨ ਕਰ ਦਿਓ ਜੀ। ਤੇ ਜੇ ਸਾਰੇ ਕੁਆਰੰਟਾਈਨ ਕਰ ਦਿੰਦੇ ਤੇ ਫਿਰ 5 ਤਰੀਕ ਨੂੰ ਨੀਂਹ ਪੱਥਰ ਕੌਣ ਰੱਖਦਾ ਜੀ। ਉਹ ਸਾਰੇ ਕੁਆਰੰਟਾਈਨ ਨਹੀਂ ਕੀਤੇ ਗਏ, ਸ਼ਾਇਦ ਕਰਨਗੇ ਵੀ ਨਾ। ਇਹਦੇ ਨਾਲ ਕੱਲ ਨੂੰ ਕੋਈ ਸਮੱਸਿਆ ਵੀ ਖੜੀ ਹੋ ਸਕਦੀ ਹੈ। ਉਹਨਾਂ ਦਾ ਮਹੂਰਤ ਆਪਣੀ ਥਾਂ, ਪਰ ਮਹੂਰਤ ਵਾਸਤੇ ਜ਼ਰੂਰੀ ਨਹੀਂ ਹੁੰਦਾ ਵੀ ਇਕੱਠ ਹੀ ਕੀਤੇ ਜਾਣ। ਇਕੱਠ ਘਟਾ ਕੇ ਵੀ ਚੁੱਪ ਚਪੀਤੇ ਕੀਤਾ ਜਾ ਸਕਦਾ। ਕਰਨਾ ਉਹਨਾਂ ਨੇ ਕੀ, ਉਹਨਾਂ ਦੀ ਮਰਜ਼ੀ। ਪਰ ਚਿੰਤਾ ਸਾਰੇ ਦੇਸ਼ ਦੇ ਵਿੱਚ ਫੈਲ ਗਈ ਹੈ ਕਿ ਉਸ ਦਿਨ ਉੱਥੇ ਨੀਂਹ ਪੱਥਰ ਰੱਖਣ ਵੇਲੇ ਜਦੋਂ ਭੂਮੀ ਪੂਜਨ ਕਰਨਾ ਉਦੋਂ ਹੋਵੇਗਾ ਕੀ। ਇਹ ਤੋਂ ਹਰ ਕੋਈ ਫਿਕਰਮੰਦ ਹੈਗਾ ਜੀ। ਰਜਵੰਤ ਸਾਹਿਬ, ਆਪਾਂ ਦਿੱਲੀ ਦੀ ਗੱਲ ਕਰੀਏ, ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਜਦੋਂ DSGMC ਦਾ ਪ੍ਰਧਾਨ ਬਣਨਾ ਸੀ ਤਾਂ ਉਦੋਂ ਕਿਵੇਂ ਸਿਆਸੀ ਟਿਕੜਮਾਂ ਜਿਹੜੀਆਂ ਲੜਾਈਆਂ ਗਈਆਂ, ਮਨਜੀਤ ਸਿੰਘ ਜੀਕੇ ਹੋਰਾਂ ਦੇ ਕਿਵੇਂ ਸਕੈਂਡਲ ਕੱਢ ਲਿਆਂਦੇ ਗਏ, ਜੋ ਕੁਝ ਵੀ ਦਿੱਲੀ ਅਕਾਲੀ ਦਲ ਦੇ ਵਿੱਚ ਜਾਂ ਦਿੱਲੀ ਜਿਹੜਾ ਅਕਾਲੀ ਦਲ ਦੀ ਬ੍ਰਾਂਚ ਆ ਉਹਦੇ ਵਿੱਚ ਹੋਇਆ ਸਾਰਿਆਂ ਨੂੰ ਪਤਾ। ਪਰ ਉਹਨਾਂ ਦੀ ਪ੍ਰਧਾਨਗੀ ਤੋਂ ਬਾਅਦ ਜਿਵੇਂ ਕਰੋਨਾ 'ਚ ਉਹਨਾਂ ਨੇ ਕਿਹਾ ਕਿ ਵੀ ਆਪਾਂ ਲੰਗਰ ਦੀ ਸੇਵਾ ਕੀਤੀ ਆ, ਸਿੱਖਾਂ ਦੀ ਇਮੇਜ ਨੂੰ ਉਭਾਰਿਆ, ਉਹ ਸਾਰਾ ਕੁਝ ਠੀਕ ਆ। ਪਰ ਜਦੋਂ ਹੁਣ ਇੱਕ ਚੈਨਲ 'ਤੇ ਬੋਲਦਿਆਂ ਉਹਨਾਂ ਨੇ ਭਾਈ ਤਾਰੂ ਸਿੰਘ ਦੇ ਬਾਰੇ 'ਚ ਜਿਹੜੀ ਗੱਲ ਕਹਿਤੀ, ਉਹਦੇ ਤੋਂ ਬਾਅਦ ਤਾਂ ਇੱਦਾਂ ਲੱਗਦਾ ਵੀ ਜਿਵੇਂ ਸਿੱਖੀ ਦਾ ਗਿਆਨ ਹਾਸਿਲ ਕਰਨ ਲੱਗਿਆਂ ਥੋੜ੍ਹਾ ਜਿਹਾ ਕਿਤੇ ਚੁੱਕ ਗਿਆ। ਦੇਖੋ, ਮਨਜਿੰਦਰ ਸਿੰਘ ਸਿਰਸਾ ਦਾ ਤੇ ਪੁਰਾਣਿਆਂ ਸਾਰਿਆਂ ਦਾ ਫਰਕ ਇਹ ਆ ਜੀ ਕਿ ਜਿਹੜੇ ਪਹਿਲੇ ਪ੍ਰਧਾਨ ਬਣਦੇ ਰਹੇ ਉਹ ਸਿੱਖ ਸਭਾ ਦੇ ਵਿੱਚੋਂ ਉੱਭਰਦੇ ਰਹੇ ਜੀ। ਸਿੱਖਾਂ ਦੇ ਸਾਡੇ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਪ੍ਰਧਾਨ ਇਹੋ ਜਿਹੇ ਬਣਦੇ ਰਹੇ ਜਿਨ੍ਹਾਂ ਨੂੰ ਸਿੱਖੀ ਦੇ ਬਾਰੇ ਕੋਈ ਗਿਆਨ ਸੀ ਜੀ। ਇੱਕ ਅੱਧੀ ਵਾਰੀ ਕੋਈ ਉਹਦਾ ਵੀ ਬਣ ਗਿਆ ਜਿਹੜਾ ਰਾਜਨੀਤੀ ਭਾਰੂ ਸੀ ਤੇ ਸਿੱਖੀ ਦਾ ਗਿਆਨ ਘੱਟ ਸੀ ਜੀ, ਪਰ ਆਮ ਤੌਰ ਤੇ ਸਿੱਖੀ ਦੇ ਗਿਆਨ ਵਾਲੇ ਬਣਦੇ ਰਹੇ। ਇਹ ਮਨਜਿੰਦਰ ਸਿੰਘ ਸਿਰਸੇ ਦੀ ਖਾਸ ਗੱਲ ਇਹ ਆ ਬਾਕੀਆਂ ਤੋਂ ਵੱਖਰੀ ਕਿ ਇਹਦਾ ਸਿੱਖੀ ਦੇ ਗਿਆਨ ਨਾਲ ਨਾ ਪ੍ਰਚਾਰਕ ਸੀ, ਨਾ ਗ੍ਰੰਥੀ ਸੀ, ਨਾ ਕਥਾਵਾਚਕ ਸੀ। ਇਹ ਤਾਂ ਕਾਰੋਬਾਰੀ ਬੰਦਾ ਸੀ ਜੀ। ਦਿੱਲੀ ਦੇ ਵਿੱਚ ਜਦੋਂ ਇਹ ਵਿਧਾਨ ਸਭਾ ਦਾ ਮੈਂਬਰ ਬਣਿਆ ਤੇ ਉਦੋਂ ਗੱਲ ਸੁਣੀ ਗਈ ਸੀ ਕਿ ਦਿੱਲੀ ਵਿਧਾਨ ਸਭਾ ਦੇ ਵਿੱਚ ਸਭ ਤੋਂ ਅਮੀਰ ਮੈਂਬਰ ਇਹ ਆ ਜੀ, ਕਾਰੋਬਾਰੀ। ਅਮੀਰ ਹੋਣਾ ਹੋਰ ਗੱਲ ਹੈ, ਅਕਲ ਪੱਖੋਂ, ਸਿੱਖੀ ਸਿਧਾਂਤ ਪੱਖੋਂ ਅਮੀਰ ਹੋਣਾ ਹੋਰ ਗੱਲ ਹੈ ਜੀ। ਇਹਨੇ ਪਿਛਲੇ ਸਮੇਂ 'ਚ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਕਹਿ ਦਿੱਤੀਆਂ ਨੇ ਜਿਨ੍ਹਾਂ ਤੋਂ ਵਾਰ-ਵਾਰ ਵਿਵਾਦ ਪੈਦਾ ਹੁੰਦੇ ਜੀ। ਮੈਂ ਸਾਰੀਆਂ ਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ, ਪਰ ਇੱਕ ਨੇ ਗੱਲ ਕੋਈ ਗੁਰੂ ਅਰਜਨ ਸਾਹਿਬ ਬਾਰੇ ਵੀ, ਪੰਜਵੇਂ ਗੁਰੂ ਸਾਹਿਬ ਬਾਰੇ ਵੀ ਕਹਿ ਦਿੱਤੀ ਸੀ, ਰੌਲਾ ਉਹਦਾ ਵੀ ਪਿਆ ਸੀ ਜੀ। ਆ ਪਿੱਛੇ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਲ ਜੋੜ ਕੇ ਕੁਛ ਇਸ ਤਰ੍ਹਾਂ ਦੀ ਗੱਲ ਕਹਿ ਦਿੱਤੀ ਜੀ, ਜਿਹੜੀ ਗਲਤ ਸੀਗੀ। ਮਿਸਾਲ ਦੇ ਤੌਰ ਤੇ ਕਹਿਤਾ ਕਿ ਅੰਤਮ ਸਮੇਂ ਜਦੋਂ ਪੁੱਛਿਆ ਗਿਆ, ਸਿੱਖਾਂ ਨੇ ਆਖਿਆ ਕਿ ਅਸੀਂ ਕੀ ਕਰਾਂਗੇ ਜੀ, ਤੇ ਉਹ ਕਹਿੰਦੇ ਵੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਣਾ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੇ ਉਸ ਵਕਤ ਗੁਰਿਆਈ ਮਿਲੀ ਨਹੀਂ ਸੀ ਜੀ। ਉਦੋਂ ਬਾਅਦ 2 ਗੁਰੂ ਹੋਰ ਹੋਏ। 8ਵੇਂ ਗੁਰੂ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਜਿਹੜੇ ਸੀ ਉਹ ਇਹ ਕਿੱਦਾਂ ਕਹਿ ਸਕਦੇ ਸੀ ਹੁਣ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਿੱਧ ਦਿਓ ਜੀ। ਉਹ ਵੀ ਗੱਲ ਕਹਿਤੀ ਉਹਨਾਂ ਨੇ ਤੇ ਆਖਿਆ ਸੀ ਗੁਰੂ ਬਾਬਾ ਬਕਾਲੇ ਜੀ, ਕਿ 9ਵੇਂ ਗੁਰੂ ਸਾਹਿਬ ਬਾਬੇ ਬਕਾਲੇ ਬੈਠੇ ਆ, ਚਲੇ ਜਾਓ। ਉਹ ਬਾਬਾ ਬਕਾਲੇ ਕਹਿਣ ਅਸਲ 'ਚ ਉਦੋਂ ਤੱਕ ਬਕਾਲਾ ਸੀ ਜੀ। ਉਹਨੂੰ ਬਾਬਾ ਬਕਾਲਾ ਇਸ ਕਰਕੇ ਕਿਹਾ ਸੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਰਿਸ਼ਤੇਦਾਰੀ 'ਚ ਉਹਨਾਂ ਦੇ ਬਾਬਾ ਵੀ ਲੱਗਦੇ ਸੀ ਜੀ। ਉਹ ਵੀ ਗੱਲ ਇਹਨੇ ਗਲਤ ਕਹਿਤੀ ਸੀ। ਹੁਣ ਤਾਜ਼ਾ ਸਥਿਤੀ ਹੈ ਕਿ ਭਾਈ ਤਾਰੂ ਸਿੰਘ ਦੇ ਗੁਰਦੁਆਰੇ ਦਾ ਵਿਵਾਦ ਛਿੜਿਆ ਲਾਹੌਰ 'ਚ ਜੀ। ਐਨ ਉਸੇ ਮੌਕੇ ਤੇ ਇੱਕ ਟੀਵੀ ਚੈਨਲ ਦੇ ਉੱਤੇ ਮਨਜਿੰਦਰ ਸਿੰਘ ਸਿਰਸੇ ਨੂੰ ਜਾਣਾ ਪੈ ਗਿਆ। ਭਾਈ ਤਾਰੂ ਸਿੰਘ ਦੀ ਖੋਪਰੀ ਰੰਬੀ ਨਾਲ ਲਾਈ ਗਈ ਸੀ ਜੀ, ਤੇ ਕਾਜੀ ਨੇ ਫਤਵਾ ਦਿੱਤਾ ਸੀ, ਗੱਲ ਉਹਦੀ ਕਰਨੀ ਸੀ। ਇਹਨੇ ਹੋਰ ਹੀ ਕਹਾਣੀ ਪਾਤੀ। ਭਾਈ ਤਾਰੂ ਸਿੰਘ ਦੇ ਨਾਲ ਜਿਹੜਾ ਸਿੱਖ ਇਤਿਹਾਸ ਸੀ ਉਹ ਵੀ ਸਾਰਾ ਵਿਗਾੜ ਕੇ ਪੇਸ਼ ਕਰ ਦਿੱਤਾ, ਉੱਤੇ ਰੌਲਾ ਪੈ ਗਿਆ ਜੀ। ਇਹਨਾਂ ਗੱਲਾਂ ਦੀ ਸ਼ਿਕਾਇਤ ਕੁਛ ਅੱਗੇ ਅਕਾਲ ਤਖਤ ਸਾਹਿਬ ਤੇ ਵੀ ਹੋਈ ਸੀ ਤੇ ਅਕਾਲ ਤਖਤ ਸਾਹਿਬ ਨੇ ਆਖਿਆ ਸੀ ਕਿ ਇਸ ਤਰ੍ਹਾਂ ਦੀਆਂ ਥਾਵਾਂ ਤੇ ਬੋਲਣ ਤੋਂ ਤੁਸੀਂ ਸੰਕੋਚ ਕਰਨਾ। ਜੇ ਆਖਿਆ ਸੀ ਤੇ ਸੰਕੋਚ ਕਰਨਾ ਚਾਹੀਦਾ ਸੀ ਜੀ। ਜਦੋਂ ਆਖਿਆ ਸੀ ਸੰਕੋਚ ਕਰਨਾ ਚਾਹੀਦਾ ਸੀ ਤੇ ਇਹਨੇ ਨਹੀਂ ਕੀਤਾ ਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਇਸ ਵਾਰੀ ਇੱਕ ਹੋਰ ਨਵੇਂ ਵਿਵਾਦ 'ਚ ਛਿੜ ਗਿਆ ਔਰ ਉਹਦੇ 'ਚ ਕਿਉਂਕਿ ਮਾਮਲਾ ਸਿੱਖ ਭਾਵਨਾਵਾਂ ਦਾ, ਸਿੱਖ ਧਾਰਮਿਕਤਾ ਦਾ, ਇਸ ਕਰਕੇ ਮੇਰਾ ਖਿਆਲ ਇਹਨੂੰ ਇੱਕ ਵਾਰੀ ਸ਼ਾਇਦ ਅਕਾਲ ਤਖਤ ਸਾਹਿਬ ਤੇ ਜਾਣਾ ਪੈ ਜਾਵੇ ਕਿਉਂਕਿ ਗੱਲ ਇਹਨੇ ਕਾਫੀ ਇਸ ਤਰ੍ਹਾਂ ਦੀ ਕਹਿਤੀ ਹੈ ਜੀ, ਜਿਹੜੀ ਆਮ ਸਿੱਖਾਂ ਨੇ ਸ਼ਾਇਦ ਛੇਤੀ ਕਿਤੇ ਪ੍ਰਵਾਨ ਨਹੀਂ ਕਰਨੀ। ਇਹਨੂੰ ਸੰਭਲ ਕੇ ਬੋਲਣਾ ਚਾਹੀਦਾ। ਮੈਂ ਇਹਦੋਂ ਬਾਅਦ ਸਿਆਸੀ ਬੰਦਾ, ਮੈਨੂੰ ਇਹਦੋਂ ਬਾਅਦ ਕਹਿਣਾ ਨਹੀਂ ਚਾਹੁੰਦਾ, ਪਰ ਉਹਦਾ ਜੇ ਇੱਕ ਵਾਰੀ ਥੋੜ੍ਹੀ ਜਿਹੀ ਗੱਲ ਉਹਨੇ ਕਹਿ ਦਿੱਤੀ ਸੀ ਬਿਕਰਮ ਸਿੰਘ ਮਜੀਠੀਏ ਨੇ ਤੇ ਉਹਨੂੰ ਵੀ ਅਕਾਲ ਤਖਤ ਜਾਣਾ ਪੈ ਗਿਆ ਸੀ ਜੀ। ਤੇ ਇਹ ਮਾਮਲਾ ਇਹਦੇ ਵਾਲਾ ਵੀ ਉੱਧਰ ਪਹੁੰਚ ਜਾਣਾ। ਬਿਲਕੁਲ ਸਹੀ ਗੱਲ। ਚਲੋ ਇਹ ਤਾਂ ਹੁਣ ਮੇਰਾ ਖਿਆਲ ਆਉਣ ਵਾਲੇ ਸਮੇਂ 'ਚ ਸਿਆਸੀ ਆਗੂਆਂ ਨੂੰ ਸੋਚਣਾ ਚਾਹੀਦਾ ਨਾ ਵੀ ਜਿੱਥੇ ਧਾਰਮਿਕ ਗੱਲ ਹੋਵੇ ਉੱਥੇ ਆਪਾਂ ਥੋੜ੍ਹਾ ਜਿਹਾ ਜਾਂ ਤਾਂ ਪੜ੍ਹ ਕੇ ਜਾਈਏ ਜਾਂ ਫਿਰ ਸੰਕੋਚ ਕੇ ਬੋਲੀਏ। ਮੈਂ ਇੱਕ ਸਾਹਿਬ ਹੋਰ ਗੱਲ ਪੁੱਛਣੀ ਚਾਹੁੰਦਾ। ਆਪਾਂ ਮੋਦੀ ਸਾਹਿਬ ਦੀ ਗੱਲ, ਸਰਕਾਰ ਦੀ ਗੱਲ ਕਰਦੇ ਸੀ। ਪੰਜਾਬ
ਬੜੀ ਦੇਰ ਤੋਂ ਇਸ ਚੀਜ਼ ਨੂੰ ਪਿੱਟਣ ਡਿਆ ਕਿ ਸਾਡੇ GST ਦੇ ਪੈਸੇ ਫਸੇ ਆ ਤੇ ਕੇਂਦਰ ਸਰਕਾਰ ਦਿੰਦੀ ਨਹੀਂ। ਤੇ ਇੱਥੇ ਜਦੋਂ ਵਿਕਾਸ ਦੀ ਗੱਲ ਹੁੰਦੀ ਆ, ਜਦੋਂ ਪੱਤਰਕਾਰ ਸਵਾਲ ਪੁੱਛਦੇ ਤੇ ਪੰਜਾਬ ਸਰਕਾਰ ਵੱਲੋਂ ਜਵਾਬ ਵੀ ਇਹੋ ਆਉਂਦਾ ਕਿ ਪੈਸਾ ਆਉਣ ਵਾਲਾ, ਫਿਰ ਆਪਾਂ ਕਰ ਦਿਆਂਗੇ। ਪਰ ਹੁਣ ਜਿਹੜਾ ਮੇਰਾ ਖਿਆਲ ਕੇਂਦਰ ਸਰਕਾਰ ਦੇ ਇੱਕ ਸੈਕਟਰੀ ਨੇ ਗੱਲ ਕਰ ਦਿੱਤੀ ਹੈ ਕਿ ਵੀ ਸਾਡੇ ਕੋਲੇ ਪੈਸਾ ਹੈ ਹੀ ਨਹੀਂ ਤੇ ਅਸੀਂ ਰਾਜਾਂ ਨੂੰ ਕਿੱਥੋਂ ਦੇ ਦਈਏ। ਇਹ ਸਥਿਤੀ ਨੂੰ ਕਿਵੇਂ ਦੇਖਦੇ ਫਿਰ? ਦੇਖੋ, ਇੱਕ ਨੈਸ਼ਨਲ ਚੈਨਲ ਹਿੰਦੀ ਦਾ ਜਿਹੜਾ ਆਪਣੇ ਆਪ ਨੂੰ ਸਭ ਤੋਂ ਤੇਜ਼ ਕਹਿੰਦਾ, ਉਹਨਾਂ ਨੇ ਰਿਪੋਰਟ ਦੇ ਦਿੱਤੀ ਹੈ। ਉਹ ਇਹ ਕਹਿੰਦੇ ਆ ਕਿ ਜਿਹੜੀ ਖਜ਼ਾਨਾ ਮਹਿਕਮੇ ਨਾਲ ਸੰਬੰਧਿਤ ਸਟੈਂਡਿੰਗ ਕਮੇਟੀ ਹੈ, GST ਨੂੰ ਡੀਲ ਕਰਦੀ ਹੈ, ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ। ਪਾਰਲੀਮੈਂਟ ਦੇ ਕਈ ਸਟੈਂਡਿੰਗ ਕਮੇਟੀਆਂ ਬਣਾਈਆਂ ਹੁੰਦੀਆਂ ਜੀ। ਉਹ ਸਟੈਂਡਿੰਗ ਕਮੇਟੀ ਦੇ ਵਿੱਚ ਖਜ਼ਾਨੇ ਨਾਲ ਸੰਬੰਧਿਤ ਸੈਕਟਰੀ ਨੂੰ ਸੱਦਿਆ ਗਿਆ ਸੀ ਤੇ ਉਹਨੇ ਉੱਥੇ ਕਹਿ ਦਿੱਤਾ ਜੀ ਪੈਸੇ ਨਹੀਂ, ਕਿੱਥੋਂ ਅਸੀਂ ਦੇ ਦਈਏ, ਰਾਜਾਂ ਨੂੰ ਦੇ ਨਹੀਂ ਸਕਦੇ ਜੀ। ਇਹਦੇ ਨਾਲ ਹੀ ਦੂਸਰੀ ਰਿਪੋਰਟ ਆ ਗਈ ਆ ਕਿ ਪਿਛਲਿਆਂ ਸਾਲਾਂ ਦੇ ਵਿੱਚ ਰਾਜਾਂ ਨੂੰ ਪੈਸੇ ਚੋਖੇ ਮਿਲਦੇ ਰਹੇ ਜੀ, ਕਿਉਂਕਿ GST ਕੌਂਸਲ 'ਚ ਲਿਖਿਆ ਕਿ ਇੰਨੇ ਪੈਸੇ ਜਿਹੜੇ ਰਾਜਾਂ ਨੂੰ ਅਸੀਂ ਦਿਆਂਗੇ, ਜੇ ਘੱਟ ਰੈਵਨਿਊ ਹੁੰਦਾ, ਤੁਹਾਡਾ ਸ਼ੇਅਰ 'ਚੋਂ ਘੱਟ ਜਾਂਦਾ ਤੇ ਅਸੀਂ ਕਿਸੇ ਹੋਰ ਪਾਸਿਓਂ ਪਾ ਕੇ ਪੂਰਾ ਕਰਾਂਗੇ ਜੀ। ਤੇ ਪੂਰਾ ਕਰਦੇ ਰਹੇ। ਪਿਛਲੇ 2 ਸਾਲਾਂ 'ਚ ਇਹ ਹੋ ਗਿਆ ਕਿ ਜਿਹੜੀ ਕਮਾਈ ਸੀ, ਮੇਰੇ ਕੋਲ ਇੱਥੇ ਮੈਂ ਲਿਖਿਆ ਸੀ ਹੁਣੇ ਥੋੜ੍ਹੀ ਦੇਰ ਪਹਿਲਾਂ ਵੇਖ ਤੁਹਾਡਿਆਂ ਜੀ, ਜਿਹੜੀ ਕਮਾਈ ਸੀ ਮਿਸਾਲ ਦੇ ਤੌਰ ਤੇ 2017-18 'ਚ ਕਲੈਕਸ਼ਨ ਹੋਈ ਸੀ 62,611 ਕਰੋੜ ਜੀ, 62,611 ਕਰੋੜ। ਤੇ ਰਾਜਾਂ ਨੂੰ ਕਿੰਨਾ ਦਿੱਤਾ ਸੀ? 41,146 ਕਰੋੜ ਜੀ। ਇਹਦਾ ਮਤਲਬ 21,000 ਕਰੋੜ ਬਚ ਗਿਆ ਸੀ ਕੇਂਦਰ ਜੀ। ਦੂਜੇ ਸਾਲ 'ਚ 2018-19 'ਚ ਕਮਾਈ ਹੋਈ ਸੀ 95,081 ਕਰੋੜ ਤੇ ਰਾਜਾਂ ਨੂੰ ਦਿੱਤਾ ਸੀ 69,275 ਕਰੋੜ ਜੀ। ਇਹਦਾ ਮਤਲਬ ਇਹ ਕਿ ਤਕਰੀਬਨ 26,000 ਕਰੋੜ ਬਚਾ ਲਿਆ ਸੀ ਕੇਂਦਰ ਸਰਕਾਰ ਨੇ ਜੀ। ਤੇ ਹੁਣ ਜਿਹੜਾ ਆਹ ਸਾਲ ਚੱਲਦਾ ਸੀ, ਇਹਦੇ ਵਿੱਚ 22 ਮਾਰਚ ਤੋਂ ਬਾਅਦ ਸਾਰਾ ਕੁਝ ਠੱਪ ਹੋ ਗਿਆ ਜੀ, ਕਮਾਈ ਬੰਦ ਹੋ ਗਈ। ਹੁਣ ਜੇ ਇਹ ਆਖੀਏ ਕਿ ਇਸ ਇੱਕ ਹਫ਼ਤੇ ਵਿੱਚ 10 ਦਿਨਾਂ 'ਚ ਕਮਾਈ ਦਾ ਘਾਟਾ ਪੈ ਗਿਆ, ਉਹ ਮੰਨਣ 'ਚ ਨਹੀਂ ਆਉਂਦਾ। ਹੁਣ ਕਮਾਈ ਜਿਹੜੀ ਆ ਉਹ ਹੋਈ ਆ ਸਿਰਫ 95,000 ਕਰੋੜ ਜੀ, ਤੇ ਰਾਜਾਂ ਦਾ ਹਿੱਸਾ ਬਣਦਾ ਪਿਆ 1,20,498 ਕਰੋੜ ਜੀ। ਹੁਣ ਉਹਨਾਂ 'ਚੋਂ ਕਿਹੜੇ ਰਾਜਾਂ ਨੂੰ ਇੰਨੇ ਪੈਸੇ ਦੇ ਦਿੱਤੇ, ਕਿਹੜਿਆਂ ਨੂੰ ਨਹੀਂ ਦਿੱਤੇ ਪਤਾ ਨਹੀਂ। ਪੰਜਾਬ ਦੇ ਤਾਂ ਅਜੇ ਤੱਕ ਦੱਬੇ ਪਏ। ਬਿਲਕੁਲ ਸਹੀ। ਜੇ ਪੰਜਾਬ ਦਾ 4-5,000 ਕਰੋੜ ਦੱਬਿਆ ਤੇ ਬਾਕੀਆਂ ਦਾ ਵੀ ਪਤਾ ਨਹੀਂ ਕਿੰਨਾ ਦੱਬਿਆ ਹੋਵੇ ਜੀ। ਉਹ ਕੇਂਦਰ ਸਰਕਾਰ ਕੋਲ ਪੈਸੇ ਨਹੀਂ, ਕਹਿੰਦੇ ਹੈ ਹੀ ਨਹੀਂ, ਦਈਏ ਕਿੱਥੋਂ। ਤੇ ਅੱਜ ਇਹਨਾਂ ਨੂੰ ਦਿੱਤੇ ਗਏ ਆ, ਇਹ ਵੀ ਲਿਸਟ ਸਾਰੀ ਸਾਹਮਣੇ ਆ ਜਾਣੀ ਚਾਹੀਦੀ ਹੈ ਜੀ ਕਿ ਦੂਸਰਿਆਂ 'ਚੋਂ ਕਿਹੜੇ ਆ ਜਿਹਨੂੰ ਕਿੰਨਾ ਦਿੱਤਾ ਗਿਆ, ਤਾਂ ਕਿ ਇਹ ਵੀ ਪਤਾ ਲੱਗ ਜਾਵੇ ਕਿ ਜਿਹੜੀਆਂ BJP ਦੀਆਂ ਸਟੇਟਸ ਨੇ, ਉਹਨਾਂ ਦੇ ਜਿਹੜੇ ਸਰਕਾਰਾਂ ਚੱਲਦੀਆਂ ਨੇ, ਸੂਬੇ ਜਿਹੜੇ ਉਹਨਾਂ ਕੋਲ ਨੇ ਜੀ, ਉੱਥੇ ਕਿੰਨੇ ਪੈਸੇ ਦਿੱਤੇ, ਦੂਜਿਆਂ ਨੂੰ ਕਿੰਨੇ ਦਿੱਤੇ। ਕਿਉਂਕਿ ਇਹ ਦੋਸ਼ ਤੇ ਬੜੇ ਚਿਰ ਦਾ ਲੱਗਦਾ ਵੀ ਜਿਹੜੀ ਕੇਂਦਰ ਸਰਕਾਰ ਆ ਆਪਣੀਆਂ ਸਰਕਾਰਾਂ ਨੂੰ ਪਾਲਦੀ ਹੈ, ਦੂਜਿਆਂ ਨੂੰ ਟਾਲਦੀ ਹੈ ਜੀ। ਇਹ ਪਾਲਣ ਤੇ ਟਾਲਣ ਦਾ ਵਿਤਕਰਾ ਹੈਗਾ ਕਿ ਨਹੀਂ ਹੈਗਾ, ਸਾਰੀ ਲਿਸਟ ਸਾਹਮਣੇ ਆ ਜੇ ਤੇ ਪਤਾ ਲੱਗ ਜੂ। ਉਹ ਲਿਸਟ ਨਹੀਂ ਸਾਹਮਣੇ ਆ ਰਹੀ, ਪਰ ਇੰਨਾ ਸਾਫ਼ ਹੈ ਕਿ ਕੇਂਦਰ ਸਰਕਾਰ ਦੇ ਕੋਲ ਪੈਸੇ ਕਲੈਕਸ਼ਨ ਉਗਰਾਹੀ ਜਿਹੜੀ ਹੈ ਇਸ ਵਾਰੀ ਇੰਨੀ ਘੱਟ ਹੋਈ ਹੈ ਤੇ ਉਧਰੋਂ ਖਰਚੇ ਜਿਹੜੇ ਪੈਕੇਜ ਕਰੋਨਾ ਵਾਇਰਸ ਦਾ ਕਰਕੇ ਦੇਣਾ ਪੈ ਗਿਆ ਜੀ। ਉਹਦੇ ਨਾਲ ਜਿਹੜਾ ਆਪਣੇ ਪਿੰਡਾਂ ਕਹਿੰਦੇ ਤਾਂ ਮਾਲ ਤਰੀ ਪਈ ਆ, ਜੋ ਖੂਹ ਦੇ ਟਿੰਡਾਂ ਚੱਲਦੀਆਂ ਰਹਿਣ, ਪਾਣੀ ਕੱਢੀ ਜਾਣ ਤੇ ਥੱਲੇ ਉਹਨਾਂ ਪਾਣੀ ਸਪਲਾਈ ਹੁੰਦਾ ਨਹੀਂ। ਤੇ ਫਿਰ ਇੱਕ ਟਾਈਮ ਆਉਂਦਾ ਕਿ ਮਾਲ ਉੱਤੇ ਤਰ ਕੇ ਖਾਲੀ ਮੁੜੀ ਆਉਂਦੀ ਆ, ਪਾਣੀ ਨਹੀਂ ਭਰਦਾ ਉਹ 'ਚ, ਉਹਨੂੰ ਕਹਿੰਦੇ ਮਾਲ ਤਰ ਗਈ ਆ। ਹੁਣ ਮੈਨੂੰ ਲੱਗਦਾ ਇਹ ਹੈ ਕਿ ਭਾਰਤ ਸਰਕਾਰ ਦੀ ਵੀ ਮਾਲ ਤਰੀ ਪਈ ਆ, ਪਿੱਛੇ ਖਜ਼ਾਨੇ 'ਚ ਹੈ ਨਹੀਂ ਕੱਖ ਵੀ। ਰਿਜ਼ਰਵ ਬੈਂਕ ਤੋਂ ਵੀ ਤੇ ਪੈਸੇ ਲੈ ਕੇ ਨਾ ਵੰਡ ਦਿੱਤੇ ਆ ਜੀ। ਜਿਹੜੇ ਰਿਜ਼ਰਵ ਖਾਤੇ ਸੀ ਉਹ ਤਾਂ 1.5 ਸਾਲ ਪਹਿਲਾਂ ਵੰਡਣੇ ਸ਼ੁਰੂ ਕਰਤੇ ਸੀ, ਉਦੋਂ ਜੇ ਕੋਈ ਕਰੋਨਾ ਵਾਇਰਸ ਨਹੀਂ ਸੀ, ਕੋਈ ਸੰਕਟ ਨਹੀਂ ਸੀ ਜੀ। ਤੇ ਜੇ ਉਦੋਂ ਹੱਥ ਖੁੱਲ੍ਹਾ ਰੱਖ ਕੇ ਅੰਨ੍ਹੇਵਾਹ ਖਰਚ ਕਰੀ ਗਿਆ ਤੇ ਉਹ ਹੁਣ ਭੁਗਤਣਾ ਪੈ ਰਿਹਾ। ਹੁਣ ਰਾਜਾਂ ਨੂੰ ਦੇਣ ਵਾਸਤੇ ਵੀ ਪੈਸੇ ਨਹੀਂ, ਇਹਦਾ ਕਰਕੇ ਕੇਂਦਰ ਸਰਕਾਰ ਫਸੀ ਤੇ ਕਸੂਤੀ ਹੈ, ਮੰਨੇ ਜਾਂ ਨਾ ਮੰਨੇ। ਪਰ ਸਭ ਵੈਸੇ ਲੱਗਦੀ ਤਾਂ ਸਥਿਤੀ ਕੇਂਦਰ ਸਰਕਾਰ ਦੀ ਆਰਥਿਕਤਾ ਪੱਖੋਂ ਕਸੂਤੀ ਹੈ, ਕਿਉਂਕਿ ਹੁਣ ਜਿਹੜੀਆਂ 23 ਹੋਰ ਕੰਪਨੀਆਂ ਨੇ ਉਹਨਾਂ ਨੂੰ ਡਿਸਇਨਵੈਸਟਮੈਂਟ ਦੇ ਲਈ ਉਹਨਾਂ ਨੇ ਲਿਸਟ ਦੇ ਵਿੱਚ ਲੈ ਆਂਦਾ। ਇਹਦਾ ਮਤਲਬ ਇਹ ਹੋ ਗਿਆ ਕਿ ਪਹਿਲਾਂ ਦੇਖਿਆ ਵੀ ਆਹ ਕੰਪਨੀ ਵਿੱਚ ਹੀ ਪੈਸੇ ਵੱਟੇ ਗਏ, ਅੱਛਾ ਹੋਰ ਲੱਭੋ ਵੀ ਹੋਰ ਕਿਹੜੀਆਂ ਆਪਾਂ ਕੰਪਨੀਆਂ ਵੇਚ ਸਕਦੇ ਹਾਂ। ਇਹਦੇ ਹਿਸਾਬ ਨਾਲ ਤੇ 24 ਤੱਕ ਤੇ ਫਿਰ ਵਿਕ ਜੂ ਸਾਰਾ ਕੁਛ। ਜੇ ਕਰੋਨਾ ਵਾਇਰਸ ਸਿਰ ਤੇ ਨਾ ਚੜ੍ਹ ਜਾਂਦਾ ਜੀ, 22 ਮਾਰਚ ਨੂੰ ਲਾਕਡਾਊਨ ਹੋਇਆ ਹਾਂਜੀ, ਇਹਨਾਂ ਨੇ ਤਾਂ 31 ਮਾਰਚ ਦੀ ਹੱਦ ਮਿੱਥੀ ਸੀ ਕਿ ਏਅਰ ਇੰਡੀਆ ਵੇਚ ਦੇਣੀ ਆ ਤੇ 1 ਲੱਖ ਕਰੋੜ ਰੁਪਏ ਉਹ 'ਚ ਮਿਲਣੇ ਹਾਂਜੀ। ਜਿਹੜੀ ਏਅਰ ਇੰਡੀਆ 'ਚ 1 ਲੱਖ ਕਰੋੜ ਦੀ ਇਹ ਝਾਕ ਰੱਖੀ ਬੈਠੇ ਸੀ, ਉਹਦੇ ਨਾਲ ਹੀ ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ, ਇੱਕ ਨਾਰਥ ਗ੍ਰਿਡ ਦੀ ਪਾਵਰ ਕਾਰਪੋਰੇਸ਼ਨ ਸੀ, ਇਹ 3-4 ਸੀਗੀਆਂ, ਸ਼ਿਪਿੰਗ ਕਾਰਪੋਰੇਸ਼ਨ, ਇਹ ਸਾਰੀਆਂ ਨੇ ਵਿਚਣੀਆਂ ਲਾਈਆਂ ਸੀ, ਉਹ ਸਾਰੀਆਂ ਦੀਆਂ ਸਾਰੀਆਂ ਰੁਕ ਗਈਆਂ। ਹੁਣ ਇਹ ਆ ਕਿ ਜਿਹੜੇ ਬੈਂਕ ਸਰਕਾਰ ਦੇ ਅਗਵਾਈ ਥੱਲੇ ਚੱਲਦੇ ਨੇ, ਉਹਨਾਂ ਨੂੰ ਬੈਂਕਾਂ ਨੂੰ ਕੁਛ ਹੋਰ ਅਦਾਰਿਆਂ ਨੂੰ ਉਹਦੇ 'ਚੋਂ ਸਰਕਾਰ ਆਪਣਾ ਹਿੱਸਾ ਵੇਚ ਦੇਣ ਲੱਗੀ ਆ ਜੀ। ਜੇ ਆਪਣਾ ਹਿੱਸਾ ਸਰਕਾਰ ਵੇਚ ਦੇਗੀ ਤਾਂ ਬੈਂਕ ਫਿਰ ਪ੍ਰਾਈਵੇਟ ਹੱਥਾਂ 'ਤੇ ਚਲੇ ਗਏ। ਬਿਲਕੁਲ ਸਹੀ। ਜਦੋਂ ਸਰਕਾਰ ਕੋਲ ਬੈਂਕ ਹੋਣ, ਉਹਨਾਂ ਦੇ ਕੋਲ ਜਮ੍ਹਾਂ ਪਿਆ ਪੈਸਾ
ਸਰਕਾਰ ਆਪਣੀ ਮਰਜ਼ੀ ਨਾਲ ਤੈਅ ਕਰਦੀ ਹੈ ਕਿ ਬੈਂਕ ਫਲਾਣੇ ਇਲਾਕੇ ਦੇ ਵਿੱਚ ਡਿਵੈਲਪਮੈਂਟ ਵਾਸਤੇ ਲੋਕਾਂ ਨੂੰ ਕਰਜ਼ੇ ਦੇਵੇ, ਇੰਡਸਟਰੀ ਵਾਸਤੇ ਦੇਵੇ, ਖੇਤੀ ਵਾਸਤੇ ਦੇਵੇ। ਪਰ ਜੇ ਉਹ ਬੈਂਕ ਪ੍ਰਾਈਵੇਟ ਹੋ ਜਾਣ ਤੇ ਪ੍ਰਾਈਵੇਟ ਮੈਨੇਜਮੈਂਟ ਸਰਕਾਰ ਦਾ ਆਖਾ ਥੋੜ੍ਹਾ ਮੰਨੂ। ਉਹ ਕਹਿਣਗੇ ਜੀ ਅਸੀਂ ਕਰਜ਼ਾ ਦੇਣਾ, ਉੱਪਰਲੇ 4-5 ਕਾਰਪੋਰੇਟ ਘਰਾਣਿਆਂ ਨੂੰ ਉਹਨਾਂ ਨਵੇਂ ਪ੍ਰੋਜੈਕਟ ਲਾਉਣੇ ਆ, ਨਹੀਂ ਦਿੰਦੇ ਕਿਸਾਨਾਂ ਨੂੰ, ਸਰਕਾਰ ਬਦੋ-ਬਦੀ ਨਹੀਂ ਦਿਵਾ ਸਕਦੀ ਜੀ। ਇਹ ਹੁਣ ਇਸ ਵੇਲੇ ਜਿਹੜੀ ਸਥਿਤੀ ਹੈ ਉਹਦੇ 'ਚ ਮੈਨੂੰ ਜੋ ਪਤਾ ਲੱਗਾ, ਬੈਂਕ ਆਫ ਇੰਡੀਆ, ਸੈਂਟਰਲ ਬੈਂਕ ਆਫ ਇੰਡੀਆ, ਬੈਂਕ ਆਫ ਮਹਾਰਾਸ਼ਟਰ ਜੀ, ਯੂਕੋ ਬੈਂਕ, ਸਾਡਾ ਜਿਹੜਾ ਪੰਜਾਬ ਐਂਡ ਸਿੰਧ ਬੈਂਕ ਹੈ, ਇਹ ਸਾਰੇ ਦੇ ਸਾਰੇ ਪ੍ਰਾਈਵੇਟਾਈਜ਼ ਕਰਨ ਦੀ ਤਿਆਰੀ ਹੋਈ ਪਈ ਹੈ ਜੀ। ਇਹ 23 ਕੰਪਨੀਆਂ ਨੇ ਜਿਨ੍ਹਾਂ 'ਚ 6 ਜਾਂ 7 ਬੈਂਕ ਨੇ, ਬਾਕੀ ਹੋਰ ਅੱਡ-ਅੱਡ ਅਦਾਰੇ ਆ, ਸਾਰੇ ਹੀ ਭਾਰਤ ਸਰਕਾਰ ਦੇ ਆ, ਜਨਤਾ ਦਾ ਪੈਸਾ ਲੱਗਾ ਜੀ। ਉਹ ਪੈਸੇ ਅਦਾਰੇ ਸਾਰੇ ਵਧੀਆ ਚੱਲਦੇ ਆ। ਬੈਂਕਾਂ ਜਿਹੜੀਆਂ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਘਾਟੇ ਚੱਲਦਾ ਪਿਆ ਜੀ। ਇਹ ਜਿੰਨੇ ਵੀ ਬੈਂਕ ਚੱਲਦੇ ਪਏ ਆ, ਘਾਟੇ ਵਾਲੀ ਗੱਲ ਕੋਈ ਨਹੀਂ। ਗੱਲ ਇਹ ਹੈ ਕਿ ਇਹਨਾਂ ਬੈਂਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਜਦੋਂ ਵੇਚਣੇ ਹੀ ਹੋਣ ਤੇ ਘਾਟਾ ਨਹੀਂ ਵੀ ਪੈਂਦਾ ਤੇ ਬਦੋ-ਬਦੀ ਵੀ ਘਾਟਾ ਬਣਾਇਆ ਜਾ ਸਕਦਾ। ਸਰਕਾਰ ਦੀ ਇਸ ਵੇਲੇ ਨੀਤ ਇਹ ਬਣੀ ਪਈ ਹੈ ਕਿ ਸਰਕਾਰੀ ਅਦਾਰੇ ਅਸੀਂ ਰੱਖਣੇ ਨਹੀਂ, ਇਹ ਸਾਰੇ ਵੇਚ ਦਿਓ ਜੀ। ਔਰ ਹਰ ਵਾਰੀ ਜਦੋਂ ਕੋਈ ਅਦਾਰਾ ਵੇਚਿਆ ਜਾਂਦਾ, ਬਾਅਦ ਵਿੱਚ ਪਤਾ ਲੱਗਦਾ ਕਿ ਰਾਜ ਕਰਦੀ ਪਾਰਟੀ ਦੇ ਨੇੜੇ ਫਲਾਨਾ ਘਰਾਣਾ ਸੀ, ਉਹ ਇਹਦੇ 'ਚੋਂ ਇੰਨਾ ਫਾਇਦਾ ਚੁੱਕ ਗਿਆ। ਜਦੋਂ ਉਹ ਘਰਾਣੇ ਫਾਇਦਾ ਚੁੱਕਦੇ ਆ, ਅਸਲ ਵਿੱਚ ਓਨਾ ਹੀ ਨੁਕਸਾਨ ਆਮ ਪਬਲਿਕ ਦਾ ਹੋ ਜਾਂਦਾ। ਜਿਹੜਾ ਜਨਰਲ ਪਬਲਿਕ ਦਾ ਨੁਕਸਾਨ ਹੋਣਾ ਉਹ ਮਾੜੀ ਗੱਲ ਹੋ। ਬਿਲਕੁਲ ਸਹੀ। ਪੰਨੂ ਸਾਹਿਬ ਸਮਾਂ ਕੱਢਿਆ ਜੀ, ਬਹੁਤ ਧੰਨਵਾਦ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਥੋੜ੍ਹਾ ਜਿਹਾ ਸੋਚਿਓ ਜ਼ਰੂਰ ਤੁਸੀਂ ਕਿ ਇੱਕ ਭਾਰਤ 'ਚ ਉਹ ਵੀ ਦੌਰ ਸੀਗਾ ਜਦੋਂ ਪ੍ਰਾਈਵੇਟ ਕੰਪਨੀਆਂ ਬਣਦੀਆਂ ਸੀ ਤੇ ਸਰਕਾਰ ਉਹਨੂੰ ਓਵਰਟੇਕ ਕਰ ਲੈਂਦੀ ਸੀ। ਹੁਣ ਸਰਕਾਰ ਦੀਆਂ ਬਣੀਆਂ ਬਣਾਈਆਂ ਕੰਪਨੀਆਂ ਨੂੰ ਪ੍ਰਾਈਵੇਟ ਹੱਥਾਂ 'ਚ ਵੰਡਣ ਦਾ ਵੇਲਾ ਆ ਗਿਆ ਤੇ ਆਪਾਂ ਕਿੱਥੇ ਖੜੇ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।